बिस्मिल्लाहिर्रहमानिर्रहीम ते अस्सलाम वालेकुम। 27 नवंबर पाकिस्तान ਦੇ ਵਿੱਚ ਬੁੱਧ ਦੀ ਰਾਤ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਮਾਜ਼ਰਤ ਅੱਜ ਫੇਰ ਵੀਲੌਗ ਲੇਟ ਹੋਇਆ, ਵਜ੍ਹਾ ਕੱਲ ਵੀ ਦੱਸੀ ਸੀ। ਮੇਰੀ ਜਿਹੜੀ ਟੀਮ ਦੇ ਬੱਚੇ ਨੇ, ਜਿਹੜੇ ਮੇਰੇ ਸਾਥੀ ਨੇ, ਦੋਸਤ ਨੇ, ਭਾਈ ਨੇ, ਭੈਣਾਂ ਨੇ, ਜਿਹੜੇ ਮੇਰੀ ਟੀਮ 'ਚ ਕੰਮ ਕਰਦੇ ਨੇ, ਉਹ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕੰਮ ਨਹੀਂ ਕਰ ਪਾ ਰਹੇ। ਉਹ ਜਿਹੜੇ ਗ੍ਰਾਫਿਕ ਉਹਨਾਂ ਨੇ ਜੋ ਕੁਝ ਵੇਖਿਆ ਉਹ ਛੁੱਟੀ ਤੇ ਸਨ। ਮੈਂ ਖੁਦ ਵੀ ਬਹੁਤ ਜ਼ਿਆਦਾ ਕੰਫਰਟੇਬਲ ਨਹੀਂ ਸਾਂ, ਇਸ ਲਈ ਵੀਲੌਗ ਨਹੀਂ ਕਰ ਸਕਿਆ ਵਕਤ ਦੇ ਉੱਤੇ। ਲੇਕਿਨ ਮੈਂ ਜਿਸ ਤਰ੍ਹਾਂ ਕਿ ਤੁਹਾਡੇ ਨਾਲ ਪਹਿਲੇ ਵੀ ਆਖਿਆ, ਕਮਿਟਮੈਂਟ ਹੈ ਕਿ ਵੀਲੌਗ ਹਰ ਸੂਰਤ ਕਰਨਾ ਹੈ। ਪਹਿਲੀ ਗੱਲ ਤੇ ਕਿ ਅੱਜ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਉਹਦੇ ਵਿੱਚ ਉਹਨਾਂ ਨੇ ਸਭ ਤੋਂ ਵੱਡਾ ਐਲਾਨ ਤੇ ਕੀਤਾ ਕਿ ਇhtਜਾਜ ਜਿਹੜਾ ਉਹ ਜਾਰੀ ਰਹੇਗਾ। ਉਹ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ। ਹੁਣ ਬੜੇ ਸਾਰੇ ਲੋਕ ਉਹਦੇ ਤੇ ਗੱਲਾਂ ਕਰ ਰਹੇ ਨੇ ਕਿ ਜੀ ਬੰਦਾ ਉੱਥੇ ਕੋਈ ਨਹੀਂ ਤਾਂ ਇhtਜਾਜ ਕਿਸ ਤਰ੍ਹਾਂ। ਵੇਖੋ, ਜਿਸ ਤਰ੍ਹਾਂ ਕਤਲੇਆਮ ਹੋਇਆ, ਲੋਕਾਂ ਨੂੰ ਦਫਨ ਵੀ ਕਰਨਾ ਹੈ, ਪਿੱਛੇ ਵੀ ਹਟਣਾ ਹੈ, ਉਸ ਦੇ ਬਾਵਜੂਦ ਇhtਜਾਜ ਜਾਰੀ ਰਹੇਗਾ। ਫਿਰ ਲੋਕੀ ਆਪਣੇ ਆਪਣੇ ਤਰੀਕੇ ਦੇ ਨਾਲ ਜ਼ਾਹਿਰ ਹੈ ਕ੍ਰਿਟਿਸਿਜ਼ਮ ਕਰ ਰਹੇ ਨੇ। ਨਾਲ ਮੈਂ ਉਰਦੂ ਵੀਲੌਗ ਦੇ ਵਿੱਚ ਤਫਸੀਲੀ ਸਟੋਰੀ ਕੀਤੀ ਹੈ, ਜਿਹਦੇ ਵਿੱਚ ਦੱਸਿਆ ਹੈ ਕਿ ਬੁਸ਼ਰਾ ਬੀਬੀ ਤੇ ਨੇ ਅੱਜ ਖੁੱਲ੍ਹ ਕੇ ਦੱਸਿਆ ਹੈ ਕਿ ਮੈਂ ਉੱਥੋਂ ਨਹੀਂ ਸਾਂ ਜਾਣਾ ਚਾਹੁੰਦੀ, ਮੈਨੂੰ ਜ਼ਬਰਦਸਤੀ ਖੜਿਆ ਗਿਆ ਉੱਥੋਂ। ਉਹਦੇ ਨਾਲ ਨਾਲ ਬੁਸ਼ਰਾ ਬੀਬੀ ਨੇ ਇਹ ਵੀ ਗੱਲ ਕਲੀਅਰ ਕਰ ਦਿੱਤੀ, ਔਰ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਵੀ ਗੱਲ ਕਲੀਅਰ ਕਰ ਦਿੱਤੀ ਕਿ ਖਾਨ ਸਾਹਿਬ ਦੇ ਵਾਜ਼ੇ ਅਹਿਕਾਮਾਤ ਸਨ ਕਿ ਡੀ ਚੌਕ ਜਾਣਾ ਹੈ। ਤੇ ਕੱਲ ਦਾ ਜਿਹੜਾ ਕਾਤਲ ਦੇ ਚਿਹਰੇ ਤੇ ਨਕਾਬ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਕਾਤਲ ਤੋਂ ਤਵੱਜੋ ਹਟਾ ਕੇ ਤੇ ਬੁਸ਼ਰਾ ਬੀਬੀ ਨੂੰ ਸਕੇਪਗੋਟ ਬਣਾਇਆ ਜਾ ਰਿਹਾ ਸੀ ਪੂਰੀ ਤਰ੍ਹਾਂ ਕਿ ਜੀ ਇਹ ਡੀ ਚੌਕ ਬੁਸ਼ਰਾ ਬੀਬੀ ਲੈ ਗਈ ਤੇ ਇਹ ਗਲਤ ਫੈਸਲਾ। ਇਹੀ ਸਾਨੂੰ ਸਾਡੀ ਪੋਲੀਟੀਕਲ ਕਮੇਟੀ 'ਚ ਵੀ ਦੱਸਿਆ ਗਿਆ ਸੀ ਬਾਰ-ਬਾਰ, ਔਰ ਬੜੇ ਸੀਨੀਅਰ ਲੋਕਾਂ ਵੱਲੋਂ ਦੱਸਿਆ ਗਿਆ ਸੀ। ਬੈਰਿਸਟਰ ਸੈਫ ਨੇ ਜਾ ਕੇ ਟੀਵੀ ਤੇ ਆਖ ਛੜਿਆ ਸੀ ਕਿ ਜੀ ਖਾਨ ਸਾਹਿਬ ਤੇ ਸੰਗਿਆਨੀ ਤੇ ਮੰਨ ਗਏ ਸਨ। ਅੱਜ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਵਾਜ਼ੇ ਕੀਤਾ ਕਿ ਕੋਈ ਨਹੀਂ ਸੀ ਮੰਨੇ। ਉਹਨਾਂ ਦੇ ਕੋਲੋਂ ਵੀਡੀਓ ਮੈਸੇਜ ਰਿਕਾਰਡ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਕਰਵਾਉਣ ਵਾਲਿਆਂ ਨੇ, ਉਹਨਾਂ ਇਨਕਾਰ ਕਰ ਦਿੱਤਾ, ਔਰ ਸੰਗਿਆਨੀ ਦਾ ਫੈਸਲਾ ਨਹੀਂ ਸੀ ਹੋਇਆ। ਡੀ ਚੌਕ ਦਾ ਹੀ ਉਹਨਾਂ ਦਾ ਹੁਕਮ ਸੀ, ਉੱਥੇ ਹੀ ਜਾਣਾ ਸੀ, ਇhtਜਾਜ ਕਰਨਾ ਸੀ, ਧਰਨਾ ਦੇਣਾ ਸੀ। ਮਤਲਬ ਜੋ ਬੁਸ਼ਰਾ ਬੀਬੀ ਕਰ ਰਹੀ ਸੀ ਉਹ ਬਿਲਕੁਲ ਠੀਕ ਕਰ ਰਹੀ ਸੀ, ਔਰ ਇਮਰਾਨ ਖਾਨ ਦੀ ਤਾਕੀਦ ਤੇ ਕਰ ਰਹੀ ਸੀ, ਔਰ ਵਰਕਰ ਉੱਤੇ ਅਪੜੇ। ਔਰ ਉਸ ਤੋਂ ਬਾਅਦ ਜੋ ਕੁਝ ਹੋਇਆ, ਔਰ ਬੁਸ਼ਰਾ ਬੀਬੀ ਨੇ ਵੀ ਦੱਸਿਆ ਔਰ ਉਹਨਾਂ ਦੀ ਭੈਣ ਨੇ ਵੀ ਮੀਡੀਆ ਤੇ ਆ ਕੇ ਦੱਸਿਆ ਕਿ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਤੋਂ ਬਗੈਰ ਉੱਥੋਂ ਹਟਾਇਆ ਗਿਆ, ਹਿਲਾਇਆ ਗਿਆ, ਉਹ ਨਹੀਂ ਸੀ ਜਾਣਾ ਚਾਹੁੰਦੇ। ਇਹ ਤੇ ਇੱਕ ਸਾਈਡ ਹੋ ਗਈ, ਤੁਹਾਨੂੰ ਕਲੈਰਿਟੀ ਹੋ ਗਈ। ਦੂਜੇ ਪਾਸੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਅੱਜ ਬਿਆਨ ਦੇ ਕੇ ਸਾਰਾ ਕੁਝ ਹੀ ਪਾ ਦਿੱਤਾ ਸਿਪਾ ਸਲਾਰ ਸਾਹਿਬ ਤੇ, ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਤੇ, ਕਿ ਉਹਨਾਂ ਦੀ ਮਦਦ ਨਾਲ ਸਾਰਾ ਕੁਝ ਅਸੀਂ ਕੀਤਾ। ਤੀਸਰੀ ਖਬਰ, ਇਮਰਾਨ ਖਾਨ ਸਾਹਿਬ ਦੇ 8 ਕੇਸਿਸ ਜਿਹੜੇ ਨੇ, ਇਹ ਜਿਹੜੀ ਅਕਸਰ ਬੱਤੀ ਦੇ ਪਿੱਛੇ ਲਾਇਆ ਜਾਂਦਾ ਨਾ ਟਰੱਕ ਦੀ, ਸਾਡੀ ਪਾਰਟੀ ਦੇ ਸੀਨੀਅਰ ਲੋਕ ਵੀ ਸਾਨੂੰ ਦੱਸਦੇ ਨੇ, ਉਹ ਜੀ ਅਗਰ ਅਸੀਂ ਇhtਜਾਜ ਕਾਲ ਆਫ ਕਰ ਦਿੰਦੇ ਨਾ ਤੇ ਉਹ ਮੰਨ ਗਏ ਸਨ ਖਾਨ ਸਾਹਿਬ ਨੂੰ ਬਣੀ ਗਾਲਾ ਛੱਡਣ। ਤਜਜ਼ੀਆ ਨਗਾਰ ਵੀ ਤੁਹਾਨੂੰ ਇਹ ਗੱਲਾਂ ਦੱਸਦੇ ਨੇ। ਕੋਈ ਆਂਦਾ 8 ਦਿਨਾਂ ਬਾਅਦ ਖਾਨ ਸਾਹਿਬ ਨੇ ਬਾਹਰ ਆ ਜਾਣਾ, ਕੋਈ ਆਂਦਾ 10 ਬਾਅਦ, ਕੋਈ ਆਂਦਾ 8 ਹਫ਼ਤੇ ਬਾਅਦ, ਕੋਈ ਆਂਦਾ 2 ਮਹੀਨੇ ਬਾਅਦ। ਔਰ ਮੈਂ ਤੁਹਾਨੂੰ ਪਹਿਲੇ ਦਿਨ ਦਾ ਦੱਸਦਾ ਵੀ ਜਿਹੜਾ ਤੁਹਾਨੂੰ ਇਹ ਦੱਸਦਾ ਹੈ ਜਾਂ ਉਹ ਜਾਣਬੁੱਝ ਕੇ ਝੂਠ ਬੋਲਦਾ ਹੈ ਜਾਂ ਉਹਦੇ ਵਿਚਾਰੇ ਦੇ ਕੋਲੋਂ ਮਾਸੂਮੀਅਤ 'ਚ ਝੂਠ ਬੁਲਵਾਇਆ ਜਾਂਦਾ ਹੈ। ਮਿਲਟਰੀ ਇਸਟੈਬਲਿਸ਼ਮੈਂਟ ਇਹ ਖਬਰ ਉਹਨੂੰ ਫੀਡ ਕਰਦੀ ਹੈ। ਮੇਰੇ ਇੱਕ ਬੜੇ ਦੋਸਤ ਨੇ, ਮਿੱਤਰ ਨੇ, ਬੜੇ ਬਜ਼ੁਰਗ ਨੇ, ਮੈਂ ਉਹਨਾਂ ਦਾ ਬੜਾ ਇਹਤਰਾਮ ਕਰਦਾ, ਸੀਨੀਅਰ ਸਾਫੀ ਨੇ। ਉਹਨਾਂ ਨੇ 2-4 ਦਿਨ ਪਹਿਲਾਂ ਖਬਰ ਦਿੱਤੀ, ਕੋਈ 5-7 ਦਿਨ ਪਹਿਲੇ, ਕਿ ਖਾਨ ਸਾਹਿਬ ਬਸ ਹੁਣ ਕਿਸੇ ਵੇਲੇ ਵੀ ਰਿਹਾ ਕੇ ਚਲੇ ਜਾਣ। ਮੈਂ ਉਹਨਾਂ ਨੂੰ ਆਖਿਆ ਵੀ ਇਹ ਖਬਰ ਦਰੁਸਤ ਨਹੀਂ ਹੈ ਤੁਹਾਡੀ, ਇੰਜ ਨਹੀਂ ਹੋਣਾ। ਉਹ ਅੱਗੋਂ ਮੇਰੇ ਨਾਲ ਗੁੱਸੇ ਹੋ ਗਏ। ਉਹਨਾਂ ਕਿਹਾ ਤੁਹਾਨੂੰ ਕੀ ਪਤਾ, ਤੁਸੀਂ ਉੱਥੇ ਬੈਠੇ ਹੋ, ਮੈਂ ਇੱਥੇ ਬੈਠਾ ਦੱਸ ਰਿਹਾ, ਮੈਨੂੰ ਖਾਸ ਅੰਦਰ ਦੇ ਬੰਦੇ ਨੇ। ਮੈਂ ਕਿਹਾ ਜਿਹੜਾ ਅੰਦਰ ਦਾ ਬੰਦਾ ਹੈ ਉਹ ਤੁਹਾਨੂੰ ਇਸਤੇਮਾਲ ਕਰ ਰਿਹਾ, ਤੁਹਾਡੀ ਮਾਸੂਮੀਅਤ ਨੂੰ ਇਸਤੇਮਾਲ ਕਰ ਰਿਹਾ, ਹੈ ਨਹੀਂ ਗੱਲ ਇਸ ਤਰ੍ਹਾਂ। ਹੁਣ ਵੇਖ ਲਓ ਕਿ ਉਹ ਜਿਹੜੇ 8 ਕੇਸਿਸ ਸਨ ਜਿਨ੍ਹਾਂ 'ਚ ਖਾਨ ਸਾਹਿਬ ਦੀ ਜ਼ਮਾਨਤ ਲਾਈ ਹੋਈ ਸੀ 9 ਮਈ ਦੇ, ਉਹ ਨਾਲ ਹੀ ਅੱਜ ਰਿਜੈਕਟ ਕਰ ਦਿੱਤੇ। ਇੰਤਜ਼ਾਰ ਕੀਤਾ, ਅਗਰ ਇਸ ਵੇਲੇ ਕਤਲੋ ਗਾਰਤ ਨਾ ਕੀਤੀ ਹੁੰਦੀ, ਲੋਕੀ ਬੈਠੇ ਹੁੰਦੇ, ਤੇ ਫਿਰ ਇਹਨੂੰ ਇਹਨਾਂ ਨੇ ਰਿਜੈਕਟ ਨਹੀਂ ਸੀ ਕਰਨੀ, ਜ਼ਮਾਨਤ ਦੀ ਇੱਕ ਹੋਰ ਤਾਰੀਖ ਪਾਉਣੀ ਸੀ। ਹੁਣ ਕਿਉਂਕਿ ਉੱਥੋਂ ਵਾਰਿਸ ਉੱਠ ਗਏ ਨੇ ਸਾਰੇ, ਉਹਨਾਂ ਨੂੰ ਲੱਗਦਾ ਕਿ ਹੁਣ ਇਮਰਾਨ ਖਾਨ ਫਿਰ ਉਹਨਾਂ ਦੇ ਹਿਸਾਬ ਨਾਲ ਕਮਜ਼ੋਰ ਹੈ, ਹੁਣ ਫਿਰ ਉਹਨਾਂ ਜ਼ਮਾਨਤਾਂ ਮਨਸੂਖ ਕਰ ਦਿੱਤੀਆਂ ਨੇ, ਤੇ ਖਾਨ ਸਾਹਿਬ ਜਿਹੜੇ ਉਹ ਜੇਲ੍ਹ 'ਚ ਨੇ ਉਸ ਦੀ ਵਜ੍ਹਾ ਤੋਂ। ਤੇ ਕਹਿਣ ਦਾ ਮਤਲਬ ਮੇਰਾ ਤੁਹਾਡੇ ਨਾਲ ਇਹ ਹੈ ਕਿ ਇਮਰਾਨ ਖਾਨ ਨੂੰ ਇਹਨਾਂ ਇਸ ਤਰ੍ਹਾਂ ਨਹੀਂ ਕੱਢਣਾ, ਔਰ ਅਗਰ ਕੱਢਣਾ ਹੁੰਦਾ ਤੇ ਇਹਨੇ ਲੋਕਾਂ ਦੀਆਂ ਜ਼ਿੰਦਗੀਆਂ ਲਈਆਂ ਜਾਂਦੀਆਂ, ਸਿਰਾਂ ਦੇ ਵਿੱਚ ਸਿੱਧੀਆਂ ਗੋਲੀਆਂ ਮਾਰੀਆਂ ਜਾਂਦੀਆਂ, ਮਤਲਬ ਚੁਣ ਕੇ ਆਪਣੇ ਸ਼ਹਿਰੀਆਂ ਨੂੰ ਹਲਾਕ ਕੀਤਾ ਜਾਂਦਾ, ਇਸ ਤਰ੍ਹਾਂ ਸ਼ਹੀਦ ਕੀਤਾ ਜਾਂਦਾ। ਹਜੇ ਤੱਕ ਤੇ ਲਾਸ਼ਾਂ ਨਹੀਂ ਗਿਣੀਆਂ ਜਾ ਰਹੀਆਂ, ਹਜੇ ਤੱਕ ਤੇ ਇੰਨਾ ਨਹੀਂ ਪਤਾ ਵੀ ਬੰਦੇ ਸ਼ਹੀਦ ਕਿੰਨੇ ਹੋਏ ਨੇ, ਲਾਸ਼ਾਂ ਦਿੱਤੀਆਂ ਨਹੀਂ ਜਾ ਰਹੀਆਂ। ਹਸਪਤਾਲ ਜਾਣੇ ਤੇ ਆਂਦੇ ਜੀ ਇੱਥੇ ਹੈ ਹੀ ਕੋਈ ਨਹੀਂ ਲਾਸ਼, ਤੇ ਉਹ ਵੀਡੀਓ ਤੁਹਾਨੂੰ ਅਸੀਂ ਵਿਖਾ ਚੁੱਕੇ, ਪਹਿਲਾਂ ਦੇ ਸਾਰੇ ਹੀ ਵਿਖਾ ਚੁੱਕੇ। ਮੈਂ ਕੀ
ਲਾਸ਼ਾਂ ਪਈਆਂ ਨੇ, ਉਹਨਾਂ ਦੇ ਬਾਰੇ ਲੋਕਾਂ ਦੀਆਂ ਗੱਲਾਂ, ਫਿਰ ਦਫਨਾ ਵੀ ਰਹੇ ਨੇ ਲੋਕ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦੇ ਚੋਂ ਇੱਕ ਗੱਲ ਤੇ ਜ਼ਰੂਰ ਸਾਬਤ ਹੋਈ ਕਿ ਜਿਹੜਾ ਆਮ ਆਦਮੀ ਹੈ, ਆਮ ਵਰਕਰ ਹੈ, ਮਾੜਾ ਬੰਦਾ ਹੈ, ਉਹ ਵਫਾਦਾਰੀ ਕਰਦਾ ਹੈ। ਵਰਕਰ ਹਮੇਸ਼ਾ ਵਫਾਦਾਰ ਹੁੰਦਾ, ਲੀਡਰ ਹੋਵੇ ਨਾ ਹੋਵੇ। ਇਸ ਵਾਰੀ ਲੋਕਾਂ ਦੀ ਕਿਸਮਤ ਚੰਗੀ ਹੈ ਵੀ ਉੱਤੇ ਲੀਡਰ ਵੀ ਵਫਾਦਾਰ ਹੈ ਇਮਰਾਨ ਖਾਨ ਵਰਗਾ। ਬਾਕੀ ਕੋਈ ਹੈਗਾ ਕਿ ਨਹੀਂ ਹੈਗਾ ਉਹ ਤੁਸੀਂ ਬਿਹਤਰ ਜਾਣਦੇ ਹੋਵੋਗੇ, ਲੇਕਿਨ ਵਰਕਰ ਹਮੇਸ਼ਾ ਵਫਾਦਾਰੀ ਕਰ ਜਾਂਦਾ। ਔਰ ਵੇਖ ਲਓ ਫਿਰ ਵਰਕਰ, ਮਾੜੇ ਦਾ ਪੁੱਤਰ, ਆਮ ਆਦਮੀ। ਮਾੜਾ ਇੱਥੇ ਕੋਈ ਪੈਸੇ ਰੁਪਈਏ ਸਿਰਫ ਮਾੜੇ ਦਾ ਨਹੀਂ ਹੁੰਦਾ, ਉਹ ਹਰ ਇੱਕ ਹੀ ਮਾੜਾ ਹੁੰਦਾ ਹੈ। ਜਿਹੜੇ ਹਜ਼ਰਤ ਇਮਾਮ ਹੁਸੈਨ अलैहिस्सलाम ਦੇ ਨਾਲ ਕਰਬਲਾ ਦੇ ਵਿੱਚ ਸ਼ਹੀਦ ਕੀਤੇ ਗਏ ਸਨ, ਉਹ ਵੀ ਤੇ ਮਾੜੇ ਹੀ ਸਨ ਉਸ ਵੇਲੇ। ਮਾੜਿਆ ਉਹੀ ਹੈ ਜਿਹਦੇ ਤੇ ਜ਼ੁਲਮ ਹੋ ਰਿਹਾ ਹੋਵੇ, ਜਿਹੜਾ ਮਜ਼ਲੂਮ ਹੋਵੇ। ਤੇ ਉਂਝ ਹੀ ਚੁਣ ਕੇ ਸਿਰਾਂ 'ਚ ਗੋਲੀਆਂ ਮਾਰੀਆਂ ਗਈਆਂ ਨੇ। ਇੱਕ ਪਿਓ ਦੇ ਸਾਹਮਣੇ ਉਹਦਾ 17 ਸਾਲ ਦਾ ਪੁੱਤਰ ਕਤਲ ਕਰ ਦਿੱਤਾ। ਕੁਰਬਾਨੀ ਸੋਚੋ ਲੋਕਾਂ ਦੀ, ਕਮਿਟਮੈਂਟ ਵੀ ਸੋਚੋ, ਜਜ਼ਬਾ ਸੋਚੋ। ਤੇ ਮੈਂ ਆਪਣੀ ਕਮੇਟੀ 'ਚ ਇਹ ਵੀ ਗੱਲ ਰੱਖੀ ਕਿ ਜਿੱਥੇ ਜਿੱਥੇ ਜਨਾਜ਼ੇ ਹੁੰਦੇ ਨੇ, ਸਾਡੀ ਸੀਨੀਅਰ ਲੀਡਰਸ਼ਿਪ ਨੂੰ ਉੱਥੇ ਪੜ੍ਹਨਾ ਚਾਹੀਦਾ, ਮੋਢਾ ਦੇਣਾ ਚਾਹੀਦਾ, ਜਾ ਕੇ ਖਲੋਣਾ ਚਾਹੀਦਾ, ਪੁਰਸਾ ਦੇਣਾ ਚਾਹੀਦਾ। ਇਹਨਾਂ ਲੋਕਾਂ ਦਾ ਕਰਜ਼ ਹੈ ਸਾਡੇ ਤੇ। ਇਹ ਕਿਸੇ ਤਨਖਾਹ ਤੇ ਆ ਕੇ, ਕਿਸੇ ਪੈਸੇ ਦੇ ਇਵਜ਼, ਕਿਸੇ ਮੈਡਲ ਦੇ ਇਵਜ਼, ਕਿਸੇ ਹੋਰ ਚੀਜ਼ ਦੇ ਇਵਜ਼ ਇਹਨਾਂ ਸ਼ਹਾਦਤਾਂ ਨਹੀਂ ਦਿੱਤੀਆਂ। ਇਹਨਾਂ ਖਾਲਸਤਨ ਇੱਕ ਖਾਲਸ, ਸੁੱਚੀ, ਖਰੀ ਮੁਹੱਬਤ ਜਿਹੜੀ ਇਮਰਾਨ ਖਾਨ ਨਾਲ ਸੀ। ਜਿਸ ਤਰ੍ਹਾਂ ਇਮਰਾਨ ਖਾਨ ਨੂੰ ਤੁਹਾਡੇ ਨਾਲ ਤੇ ਪਾਕਿਸਤਾਨ ਨਾਲ ਖਰੀ ਮੁਹੱਬਤ ਹੈ, ਤੇ ਉਹ ਅੰਦਰ ਬੈਠਾ ਹੈ, ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹੈ। ਇਹਨਾਂ ਦਾ ਵੀ ਉਹੀ ਸੀ ਮਾਮਲਾ। ਲੇਕਿਨ ਬਹਰਹਾਲ ਇਹ ਇਮਰਾਨ ਖਾਨ ਸਾਹਿਬ ਦੇ 8 ਕੇਸਿਸ ਜਿਹੜੇ ਨੇ, ਇਹਦੇ ਵਿੱਚ ਜ਼ਮਾਨਤ ਉਹਨਾਂ ਦੀ ਕੈਂਸਲ ਕਰ ਦਿੱਤੀ। ਵਜ੍ਹਾ ਮੈਂ ਤੁਹਾਨੂੰ ਉਹ ਦੱਸੀ ਹੈ ਕਿ ਉਹਨਾਂ ਨੂੰ ਹੁਣ ਅੰਦਰ ਰੱਖਣਾ ਹੈ। ਔਰ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਦੱਸ ਰਿਹਾ ਕਿ ਇਮਰਾਨ ਖਾਨ ਨੇ ਇੰਜ ਰਿਹਾ ਨਹੀਂ ਜੇ ਹੋਣਾ ਇਹ। ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਕਿ ਇੰਜ ਅਗਰ ਇhtਜਾਜ ਕਰਨ ਮਾਸੂਮ ਲੋਕ ਜਾਣਗੇ ਤੇ ਵਾਪਸ ਲਾਸ਼ਾਂ ਦਿੱਤੀਆਂ ਜਾਣਗੀਆਂ। ਮੈਨੂੰ ਤਾਂ ਇਹ ਸੀ ਕਿ ਨਿਕਲਾਂਗੇ ਪੁਰਅਮਨ ਤਰੀਕੇ ਨਾਲ। ਸਾਡੀ ਆਪਣੀ ਫੌਜ ਜਾਂ ਆਪਣੀ ਪੁਲਿਸ ਜਾਂ ਆਪਣੇ ਲੋਕੀ ਇੰਜ ਸਿੱਧੀਆਂ ਗੋਲੀਆਂ ਤੇ ਨਹੀਂ ਮਾਰ ਸਕਦੇ, ਲੇਕਿਨ ਉਹ ਵੀ ਸਾਰਾ ਕੁਝ ਹੋਇਆ। ਬਰਤਾਨਵੀ ਅਖਬਾਰ ਗਾਰਡੀਅਨ ਨੇ ਵੀ ਸਟੋਰੀ ਕੀਤੀ ਹੈ ਕਿ ਕਿਸ ਤਰੀਕੇ ਨਾਲ ਹਸਪਤਾਲਾਂ ਦੇ ਵਿੱਚੋਂ ਰਿਕਾਰਡ ਸਾਰਾ ਖੋਲਿਆ ਗਿਆ ਡਾਕਟਰਾਂ ਦੇ ਕੋਲੋਂ, ਔਰ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਜੀ ਇੱਥੇ ਕੋਈ ਨਹੀਂ, ਕੋਈ ਸ਼ਹੀਦ ਨਹੀਂ ਹੋਇਆ, ਇੱਥੇ ਕਿਸੇ ਦੀ ਮਈਤ ਨਹੀਂ ਆਈ। ਉਹੀ ਡਾਕਟਰ ਜਿਹਨਾਂ ਪਹਿਲਾਂ ਰਿਕਾਰਡ ਜਾਰੀ ਕੀਤਾ ਸੀ, ਉਹੀ ਹੁਣ ਉੱਥੋਂ ਮੁੱਕਰਦੇ ਫਿਰਦੇ ਨੇ। ਗਾਰਡੀਅਨ ਨੇ ਸਟੋਰੀ ਕੀਤੀ ਆਪਣੇ ਤੌਰ ਤੇ, ਉਹਨਾਂ ਦੇ ਜਿਹੜੇ ਸਾਫੀ ਗਏ ਨੇ ਉਹਨਾਂ ਦੱਸਿਆ ਕਿ ਜੀ ਇੱਥੇ ਬਿਲਕੁਲ ਹੈ ਸਨ, ਇੱਥੇ ਬਿਲਕੁਲ ਮੌਜੂਦ ਸਨ, ਆਏ ਨੇ ਡੈਡ ਬਾਡੀਆਂ ਇੰਨੀਆਂ ਆਈਆਂ ਨੇ, ਲੇਕਿਨ ਸਾਡੇ ਕੋਲੋਂ ਰਿਕਾਰਡ ਖੋਹ ਕੇ ਲੈ ਗਏ ਨੇ, ਰਿਕਾਰਡ ਫਾੜ ਦਿੱਤਾ ਹੈ, ਰਜਿਸਟਰਾਂ ਚੋਂ ਸਫਾਈ ਫਾੜ ਕੇ ਲੈ ਗਏ ਨੇ। ਤੇ ਦੂਜੇ ਪਾਸੇ ਮੋਹਸਨ ਨਕਵੀ ਸਾਹਿਬ ਚੈਲੰਜ ਕਰਦੇ ਨੇ ਕਿ ਇੱਕ ਬੰਦਾ ਵੀ ਜਿਹੜਾ ਨਾ, ਇੱਕ ਲਾਸ਼ ਵੀ ਕਿਸੇ ਦੀ ਵਿਖਾ ਦਿਓ। ਅਬਦੁਲ ਕਾਦਰ ਨੂੰ ਦਫਨਾ ਦਿੱਤਾ ਵਿਚਾਰੇ ਨੂੰ, ਹੋਰ ਵੀ ਕਈ ਅੱਜ ਜਨਾਜ਼ੇ ਹੋਏ ਨੇ, ਕਿਹੜੀ ਲਾਸ਼ ਇਹਨਾਂ ਨੂੰ ਵਿਖਾਈਏ ਜੀ? ਅਗਰ ਇਹਨਾਂ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ, ਇਹਨਾਂ ਦੀਆਂ ਅੱਖਾਂ ਔਰ ਦਿਲਾਂ ਤੇ ਮੋਹਰਾਂ ਨਾ ਲੱਗੀਆਂ ਹੁੰਦੀਆਂ ਤੇ ਇਹਨਾਂ ਨੂੰ ਕੁਝ ਨਾ ਕੁਝ ਵਿਖਾ ਦਿੰਦੇ। ਜਦੋਂ ਇਹਨਾਂ ਦੇ ਦਿਲਾਂ ਤੇ ਮੋਹਰਾਂ ਲੱਗ ਗਈਆਂ ਨੇ ਤੇ ਇਹਨਾਂ ਨੂੰ ਕੀ ਵਿਖਾਈਏ ਦੱਸੋ? ਇਹ ਵੇਖਣ ਤੋਂ ਹੀ ਗਾਹ ਲੰਘ ਗਏ ਨੇ। ਫਜ਼ਲ ਰਹਿਮਾਨ ਸਾਹਿਬ ਨੇ ਮਜ਼ੰਮਤ ਕੀਤੀ ਹੈ, ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਸੀ। ਬਹਰਹਾਲ ਉਹਨਾਂ ਦੀ ਹੁਣ ਮਜ਼ੰਮਤ ਦਾ ਫਾਇਦਾ ਕੀ, ਵੋਟ ਤੇ ਉਹਨਾਂ 26ਵੀਂ ਤਰਮੀਮ ਨੂੰ ਦੇ ਦਿੱਤੇ ਸੀ। ਇਹ ਜਿਹੜੀਆਂ ਗੋਲੀਆਂ ਨੇ, ਬੰਦੂਕ ਜਿਹੜੀਆਂ ਗੋਲੀਆਂ ਭਰੀਆਂ, ਉਹ ਹਰ ਉਸ ਸ਼ਖਸ ਨੇ ਭਰੀਆਂ ਨੇ ਜਿਹਨੇ 26ਵੀਂ ਤਰਮੀਮ ਦੇ ਵਿੱਚ ਚੌਧਰੀ ਨਿਜ਼ਾਮਦੀਨ ਨਾਲ ਤਾਵਨ ਕੀਤਾ ਸੀ, ਜਿਹਨੇ ਉਹਨਾਂ ਨੂੰ ਤਗੜਾ ਕੀਤਾ। 5 ਸਾਲਾਂ ਦੀਆਂ ਐਕਸਟੈਂਸ਼ਨਾਂ। ਇਹ ਨਵਾਂ ਚੀਫ ਜਸਟਿਸ ਜਿਹੜਾ ਚੁੱਪ ਕਰਕੇ ਬੈਠਾ ਹੈ, ਉਧਰ ਜਸਟਿਸ ਅਮੀਨੁद्दीन ਦੇ ਸਾਹਮਣੇ ਕੇਸ ਆਇਆ, ਖੈਬਰ ਪਖਤੂਨਖਵਾ ਦਾ ਜਿਹੜਾ ਐਡਵੋਕੇਟ ਜਨਰਲ, ਉਹਨੇ ਆਖਿਆ ਕਿ ਜੀ ਇਹ ਕੇਸ ਟੇਕ ਅਪ ਕਰੋ, ਲੋਕਾਂ ਨੂੰ ਮਾਰ ਦਿੱਤਾ ਤੁਹਾਡੇ ਨਾਲ, ਤੁਹਾਡੀ ਅਦਾਲਤ ਦੇ ਬਾਹਰ। ਜਸਟਿਸ ਅਮੀਨੁद्दीन ਨੂੰ ਉਹਨਾਂ ਆਖਿਆ ਜੀ ਕੇਸ ਟੇਕ ਅਪ ਕਰੋ, ਤੁਹਾਡੀ ਅਦਾਲਤ ਦੇ ਬਾਹਰ ਲੋਕਾਂ ਨੂੰ ਚੁਣ ਕੇ ਮਾਰ ਦਿੱਤਾ ਹੈ, ਇਹ ਕੇਸ ਸੁਣੋ। ਤੁਹਾਨੂੰ ਪਤਾ ਅੱਗੋਂ ਸੁਪਰੀਮ ਕੋਰਟ ਨੇ ਕੀ ਜਵਾਬ ਦਿੱਤਾ? ਜਸਟਿਸ ਮੁਸਰਤ ਹਲਾਲੀ ਸਾਹਿਬਾ ਨੇ ਕੀ ਜਵਾਬ ਦਿੱਤਾ? ਉਹਨਾਂ ਕਿਹਾ ਸਾਡੇ ਸਾਹਮਣੇ ਸਿਆਸੀ ਗੱਲਾਂ ਨਾ ਕਰੋ। ਵਾਹ, ਇਹ ਭੈਣ ਸਾਡੀ ਜਿਹੜੀ ਹੈ ਜਸਟਿਸ ਮੁਸਰਤ ਹਲਾਲੀ ਜ਼ਰੂਰ ਅਗਲੀ ਚੀਫ ਜਸਟਿਸ ਬਣੇਗੀ। ਇਹ ਜਿਹੜਾ ਉਹਨਾਂ ਬਿਆਨ ਦਿੱਤਾ ਨਾ, ਇੱਥੋਂ ਹੀ ਪਤਾ ਲੱਗਾ ਵੀ ਉਹ ਜ਼ਰੂਰ ਕਿਸੇ ਨਾ ਕਿਸੇ ਦਿਨ ਤਰੱਕੀ ਕਰਕੇ ਚੀਫ ਜਸਟਿਸ ਬਣਨਗੇ। ਭੈਣ ਸਾਡੀ ਨੂੰ ਜ਼ਰੂਰ ਅੱਲਾਹ ਉੱਤੇ ਅਪੜਾਏਗਾ। ਤੇ ਇਹਦੇ ਵਿੱਚ ਮਤਲਬ ਕਿ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਇਹ ਕੇਸ ਨਹੀਂ, ਇਹਦੇ ਬਾਰੇ ਅਸੀਂ ਗੱਲ ਹੀ ਨਹੀਂ ਕਰਨੀ।
ਹਾਲਾਂ ਸੋਮੋਟੋ ਲੈ ਸਕਦੇ ਸਨ, ਸੁਣ ਸਕਦੇ ਸਨ, ਪੁੱਛ ਸਕਦੇ ਸਨ ਕਿ ਯਾਰ ਇਹ ਤੇ ਨਿਹੱਤੇ ਬੰਦੇ ਆਏ ਸਨ ਆਪਣਾ ਇਤਜਾਜ ਕਰਨ, ਇਹਨਾਂ ਨੂੰ ਜਾਨੋਂ ਕਿਉਂ ਮਾਰ ਦਿੱਤਾ ਜੀ। ਸਿਰਫ ਇਹ ਹੀ ਨਹੀਂ, ਹੁਣ ਮੀਡੀਆ ਫੁਟੇਜ ਦਿਖਾ ਰਿਹਾ, ਕਾਸ਼ਫ ਅਬਾਸੀ ਸਾਹਿਬ ਨੇ ਦਿਖਾਈ ਸਾਰਿਆਂ ਨੇ, ਕਿ ਕਿਸ ਤਰ੍ਹਾਂ ਉੱਥੇ ਜਿਹੜੀਆਂ ਗੱਡੀਆਂ ਖੜੀਆਂ ਸਨ ਉਹਨਾਂ ਨੂੰ ਤੋੜ ਭੰਨ ਦਿੱਤਾ, ਉਹਨਾਂ ਨੂੰ ਲੁੱਟ ਲਿਆ ਗਿਆ, ਉਹਨਾਂ ਦੇ ਵਿੱਚੋਂ ਸਮਾਨ ਨੂੰ, ਸਭ ਕੁਝ ਜੋ ਕੁਝ ਕੀਤਾ ਉਹ ਵੀ ਬਲੂ ਏਰੀਆ ਦੇ ਵਿੱਚ ਗੱਡੀਆਂ ਚੋਂ ਸਮਾਨ ਚੋਰੀ ਕਰ ਲਿਆ, ਮਤਲਬ ਕਿ ਕੋਈ ਸ਼ਾਇਦ ਛੱਡੀ ਨਹੀਂ। ਦੂਜੇ ਪਾਸੇ ਆਫਰੀਨ ਹੈ ਲੋਕਾਂ ਤੇ ਕਿ ਉਹਨਾਂ ਸਨਾਈਪਰ ਵੀ ਫੜੇ, ਸਾਡੇ ਕੋਲ ਵੀਡੀਓਜ਼ ਨੇ, ਤੁਹਾਨੂੰ ਵਿਖਾ ਵੀ ਸਕਦੇ ਕਿ ਜੇ ਸਨਾਈਪਰ ਜਿਹੜੇ ਸਨ ਫੜ ਵੀ ਲਏ, ਲੇਕਿਨ ਉਹਨਾਂ ਨੂੰ ਆਖਿਆ ਕੁਝ ਨਹੀਂ, ਮਤਲਬ ਕਿ ਉਹਨਾਂ ਨੂੰ ਫੜ ਕੇ ਪੁਲਿਸ ਨੂੰ ਦਿੱਤਾ। ਪੁਲਿਸ ਦੇ ਹੀ ਤੇ ਉਹ ਆਪਣੇ ਸਨ, ਆਪਣੇ ਉਹ ਮਾਰਨ ਵਾਲੇ ਹੀ ਤੇ ਸਾਰੇ ਉਹ ਆਪ ਸਨ, ਰਲੇ ਸਨ। ਅਸਦ ਤੂਰ ਸਾਹਿਬ ਕਹਿੰਦੇ ਨੇ ਕਿ ਆਈਜੀ ਨੇ ਐਸਟੈਬਲਿਸ਼ਮੈਂਟ ਦੇ ਹੁਕਮ ਤੇ ਸਾਰਾ ਕਤਲੇਆਮ ਕਰਵਾਇਆ। ਇਹ ਅਸਦ ਤੂਰ ਸਾਹਿਬ ਦੀ ਸਟੋਰੀ ਹੈ ਕਿ ਆਈਜੀ ਨੂੰ ਹੁਕਮ ਦਿੱਤਾ ਗਿਆ ਤੇ ਉਹਨੇ ਸਾਰਾ ਕਤਲੇਆਮ। ਮੇਰਾ ਨਹੀਂ ਖਿਆਲ ਕਿ ਪੁਲਿਸ ਨੇ ਗੋਲੀ ਚਲਾਈ ਹੋਈ, ਇਹ ਸਨਾਈਪਰ ਕਿਸੇ ਹੋਰ ਪਾਸੋਂ ਹੀ ਆਏ ਨੇ, ਸਾਰਿਆਂ ਨੂੰ ਪਤਾ ਹੈ। ਤੇ ਬਹਰਹਾਲ ਇਹ ਬੜਾ ਹੀ ਅਫਸੋਸਨਾਕ ਹੋਇਆ ਜੋ ਕੁਝ ਹੋਇਆ। ਦੂਜੇ ਪਾਸੇ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਗੂੰਜੀ ਹੈ, ਇਹ ਜੋ ਕਤਲੇਆਮ ਕੀਤਾ ਹੈ ਉਹਦੇ ਤੇ ਆਸਟ੍ਰੇਲੀਅਨ ਪਾਰਲੀਮੈਂਟ ਨੇ ਵੀ ਗੱਲਬਾਤ ਕੀਤੀ ਹੈ ਕਿ ਇਹ ਬੜਾ ਕਤਲੇਆਮ ਹੋਇਆ, ਨਹੀਂ ਸੀ ਹੋਣਾ ਚਾਹੀਦਾ, ਉਹਨਾਂ ਬੜੀ ਤਨਕੀਦ ਕੀਤੀ ਹੈ। ਤੀਸਰੇ ਪਾਸੇ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਉਹ ਇਹ ਹੈ ਕਿ ਇਸ ਵਕਤ ਇਹ ਗੱਲ ਤੁਸੀਂ ਜ਼ਿਹਨ 'ਚ ਰੱਖ ਲਓ ਕਿ ਸਾਰਾ ਜਿਹੜਾ ਪਲਾਨ ਸੀ ਉਹ ਇਹੀ ਸੀ ਕਿ ਇਹ ਸਾਰੀ ਗੇਮ ਜਿਹੜੀ ਕਾਤਲਾਂ ਦੇ ਚਿਹਰਿਆਂ ਦੇ ਉੱਤੇ ਨਕਾਬ ਪਾ ਕੇ ਤੇ ਸਾਰੀ ਤਵੱਜੋ ਇਸ ਪਾਸੇ ਲੈ ਆਓ ਵੀ ਡੀ ਚੌਕ ਕਿਉਂ ਗਏ। ਵੇਖੋ ਡੀ ਚੌਕ ਕੋਈ ਕਿਸੇ ਦੂਸਰੇ ਮੁਲਕ ਦਾ ਹਿੱਸਾ ਹੈ, ਪੁਰਅਮਨ ਉੱਥੇ ਨਹੀਂ ਜਾਇਆ ਜਾ ਸਕਦਾ। ਇਹ ਚਲੇ ਗਏ ਸਨ ਤੇ ਚਲੋ ਗ੍ਰਿਫਤਾਰ ਕਰ ਲਓ, ਆਂਸੂ ਗੈਸ ਮਾਰ ਲਓ, ਹੋਰ ਕੰਮ ਕਰ ਲਓ, ਰਬੜ ਦੀਆਂ ਗੋਲੀਆਂ ਮਾਰ ਰਹੇ ਸੋ ਉਹੀ ਮਾਰ ਲਓ। ਮਤਲਬ ਬੰਦਾ ਨਮਾਜ਼ ਪੜ੍ਹ ਰਿਹਾ ਕੰਟੇਨਰ ਦੇ ਉੱਤੇ ਤੇ ਉਹਨੂੰ ਉੱਥੋਂ ਥੱਲੇ ਸੁੱਟ ਦਿੱਤਾ ਹੈ, ਕੱਲਾ ਬੰਦਾ ਬੈਠਾ ਨਮਾਜ਼ ਪੜ੍ਹ ਰਿਹਾ, ਚੁੱਕ ਕੇ ਥੱਲੇ ਸੁੱਟ ਦਿੱਤਾ। ਔਰ ਸਾਡੀ ਆਪਣੀ ਪਾਰਟੀ ਦੇ ਬੰਦੇ ਆਉਂਦੇ ਨੇ ਜੀ ਉਹ ਡੀ ਚੌਕ ਜਾਣ ਦਾ ਤਾਂ ਫੈਸਲਾ ਹੀ ਠੀਕ ਨਹੀਂ ਸੀ, ਸਾਨੂੰ ਪਾਰਟੀ ਦੱਸਦੇ ਰਹੇ ਜੀ ਬੁਸ਼ਰਾ ਬੀਬੀ ਕੱਲੀ ਲੈ ਕੇ ਗਈ, ਸਾਡਾ ਨਹੀਂ ਸੀ। ਸ਼ੇਰ ਅਫਜ਼ਲ ਮਰਵਤ ਸਾਹਿਬ ਨੇ ਬਿਆਨ, ਜੀਓ ਟੀਵੀ ਨੇ ਦਿੱਤਾ ਉਹਨਾਂ ਦਾ ਬਿਆਨ ਕਿ ਉਹ ਕਹਿੰਦੇ ਨੇ ਮੈਂ ਔਰ ਅਲੀ ਅਮੀਨ ਗੰਡਾਪੁਰ ਡੀ ਚੌਕ ਨਹੀਂ ਸੀ ਜਾਣਾ ਚਾਹੁੰਦੇ। ਹੁਣ ਅੱਜ ਸਾਨੂੰ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਦੱਸਿਆ ਕਿ ਇਮਰਾਨ ਖਾਨ ਨੇ ਫੈਸਲਾ ਕੀਤਾ ਸੀ ਕਿ ਡੀ ਚੌਕ ਜਾਣਾ ਔਰ ਉੱਥੇ ਧਰਨਾ ਦੇਣਾ। ਮਤਲਬ ਕਿ ਜਿਹੜਾ ਮਕਤੂਲ ਹੈ ਉਹ ਹੀ ਜ਼ਿੰਮੇਦਾਰ ਹੈ, ਕਾਤਲ ਜ਼ਿੰਮੇਦਾਰ ਨਹੀਂ ਹੈ। ਇੱਥੋਂ ਹਿਸਾਬ ਇਹ ਬਣਾਇਆ ਜਦੋਂ ਅਲਾਮਾ ਤਾਹਿਰੁਲ ਕਾਦਰੀ ਸਾਹਿਬ ਦੇ ਲੋਕਾਂ ਨੂੰ ਮਾਰਿਆ ਗਿਆ ਸੀ ਮੂੰਹਾਂ 'ਚ ਬੰਦੂਕਾਂ ਰੱਖ ਕੇ, ਹਮਲਾ ਔਰਤਾਂ ਦੇ, ਉਹ ਡੀ ਚੌਕ 'ਚ ਬੈਠੇ ਸੀ। ਜਦੋਂ 25 ਮਈ 2022 ਨੂੰ ਸਾਡੇ ਵਰਕਰ ਫੈਸਲ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਔਰ ਤਾਹਿਰੁਲ ਕਾਦਰੀ ਸਾਹਿਬ ਦੇ ਲੋਕਾਂ ਨੂੰ ਪਹਿਲੇ ਮਾਡਲ ਟਾਊਨ ਸ਼ਹੀਦ ਕੀਤਾ ਗਿਆ ਸੀ, ਉਹ ਵਿਚਾਰੇ ਕੀ ਡੀ ਚੌਕ ਸਨ। ਜ਼ਿਲ੍ਹੇ ਸ਼ਾਹ ਡੀ ਚੌਕ 'ਚ ਬੈਠਾ ਸੀ, ਅਰਸ਼ਦ ਸ਼ਰੀਫ ਡੀ ਚੌਕ 'ਚ ਬੈਠਾ ਸੀ। ਮਤਲਬ ਹੈਰਾਨ ਹੈ, ਮੈਂ ਤੇ ਹੈਰਾਨ ਹੈ ਬੇਸ਼ਰਮੀ ਤੋਂ, ਬਗੈਰਤੀ ਤੋਂ, ਇਹ ਜਿਹੜੀ ਇਸ ਰਜੀਮ ਦੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਲੋਕਾਂ ਨੂੰ ਮਾਰ ਦਿੱਤਾ ਹੈ। ਬਹਰਹਾਲ ਜੀ ਮੁਖਤਸਰ ਇਹ ਹੈ ਕਿ ਖਾਨ ਸਾਹਿਬ ਬੜੇ ਹੀ ਖੁਸ਼ਕਿਸਮਤ ਨੇ ਕਿ ਇਹੋ ਜਿਹਾ ਪਿਆਰ ਕਰਨ ਵਾਲੇ ਲੋਕ ਮਿਲੇ ਨੇ, ਵਰਕਰ ਆਵਾਮ, ਕਿ ਜਿਹੜੇ ਗੀਤ ਲਾਉਂਦੇ ਸਨ ਕਿ ਹਮ ਨਾ ਬਾਜ਼ ਆਏਂਗੇ ਮੁਹੱਬਤ ਸੇ, ਜਾਨ ਜਾਏਗੀ ਔਰ ਕਿਆ ਹੋਗਾ, ਇਹ ਆਂਦੇ ਸਨ ਤੇ ਕਰਕੇ ਵਿਖਾਤਾ, ਜਾਨਾਂ ਦਿੱਤੀਆਂ ਤੇ ਬੜੀ ਸ਼ਾਨ ਨਾਲ ਦਿੱਤੀਆਂ ਖਲੋ ਕੇ, ਔਰ ਫਿਰ ਆਉਣ ਨੂੰ ਤਿਆਰ ਨੇ ਵਰਕਰ। ਕੋਈ ਖਲੋਣ ਵਾਲਾ ਬਣੇ, ਕੋਈ ਲੀਡਰ ਖਲੋਣ ਵਾਲਾ ਬਣੇ, ਉਹ ਫਿਰ ਨਿਕਲਣ ਨੂੰ ਤਿਆਰ ਨੇ ਤੇ ਖੁਸ਼ਕਿਸਮਤ ਨੇ। ਦੂਜੇ ਪਾਸਿਓਂ ਬਦਕਿਸਮਤ ਵੀ ਨੇ ਕਿ ਆਪਣੇ ਵਰਗਾ ਦਲੇਰ ਹੋਰ ਕੋਈ, ਜਿੱਡੇ ਉਹ ਦਲੇਰ ਨੇ ਓਡਾ ਦਲੇਰ ਕੋਈ ਪਾਰਟੀ 'ਚ ਲਿਆ ਨਾ ਸਕੇ। ਬਾਕੀ ਜ਼ੁਬਾਨੀ ਜਮ੍ਹਾਂ ਖਰਚ ਮੇਰੇ ਵਰਗੇ ਕੋਲੋਂ ਜਿੰਨੇ ਮਰਜ਼ੀ ਬਿਆਨ ਲੈ ਲਓ, ਹਰ ਬੰਦਾ ਆਪਣੇ ਆਪਣੇ ਹਿਸਾਬ ਦੇ ਬਿਆਨ ਠੋਕਦਾ, ਹਰ ਇੱਕ ਦੀ ਆਪਣੀ ਆਪਣੀ ਪਿੱਚ ਹੈ, ਆਪਣਾ ਆਪਣਾ ਤਰੀਕਾ ਹੈ, ਲੇਕਿਨ ਖਾਨ ਵਰਗਾ ਦਲੇਰ ਕੋਈ ਨਹੀਂ ਹੋਰ। ਤੇ ਬਹਰਹਾਲ ਮੁਖਤਸਰ ਮੈਂ ਇਹੀ ਤੁਹਾਨੂੰ ਰੱਖਾਂਗਾ ਕਿ ਇੱਕ ਸਿਆਹ ਦਿਨ ਸੀ, ਜੋ ਕੁਝ ਹੋਇਆ ਜਿਸ ਤਰ੍ਹਾਂ ਹੋਇਆ ਅਫਸੋਸਨਾਕ ਸੀ, ਨਹੀਂ ਸੀ ਹੋਣਾ ਚਾਹੀਦਾ। ਇਹਦੇ ਨਾਲ ਬੜੇ ਸਾਰੇ ਭਰਮ ਟੁੱਟੇ, ਰਿਆਸਤ ਮਾਰ ਗਈ ਹੁੰਦੀ ਹੈ, ਇੱਥੇ ਰਿਆਸਤ ਦੈਣ ਬਣ ਗਈ ਬੱਚੇ ਖਾਣ ਵਾਲੀ, ਲੋਕਾਂ ਦੇ ਬੱਚੇ ਖਾ ਗਈ। ਮੈਂ ਇਹੀ ਕਹਾਂਗਾ ਕਿ ਕਾਸ਼ ਇਹ ਦਿਨ ਅਸੀਂ ਨਾ ਵੇਖਿਆ ਹੁੰਦਾ, ਕਾਸ਼ ਇਹ ਦਿਨ ਅਸੀਂ ਨਾ ਵੇਖਿਆ ਹੁੰਦਾ, ਕਾਸ਼ ਇਹ ਤੋਂ ਬਗੈਰ ਹੀ ਕੰਮ ਚੱਲ ਜਾਂਦਾ, ਕੋਈ ਹੋਰ ਤਰੀਕਾ ਅਪਣਾ ਲੈਂਦੇ, ਲੋਕਾਂ ਨੂੰ ਮਾਰਨਾ ਜ਼ਰੂਰੀ ਥੋੜੀ ਸੀ। ਤੇ ਅਫਸੋਸਨਾਕ ਹੈ ਜੋ ਕੁਝ ਵੀ ਹੋਇਆ, ਲੇਕਿਨ ਹੁਣ ਕਰ ਛੱਡਿਆ ਤੇ ਰਾਹ ਤੇ ਰੱਬ ਕੋਈ ਨਾ ਕੋਈ ਕੱਢੇਗਾ, ਰੋਸ਼ਨੀ ਕਿਤੋਂ ਕਿਤੋਂ ਨਿਕਲੇਗੀ। ਖਾਨ ਹਾਰਨ ਵਾਲਾ ਨਹੀਂ ਤੇ ਪਾਕਿਸਤਾਨੀ ਆਵਾਮ ਵੀ ਹਾਰਨ ਵਾਲੀ ਨਹੀਂ। ਲਾਸ਼ਾਂ ਚੁੱਕੀਆਂ ਪਈਆਂ ਨੇ, ਗਮ ਵੀ ਹੈ, ਤਕਲੀਫ ਵੀ ਹੈ,
4 ਦਿਨ ਡਿਗੇ ਵੀ ਰਵਾਂਗੇ, ਪਰ ਫਿਰ ਇਨਸ਼ਾਅੱਲਾ ਉੱਠ ਖਲੋਵਾਂਗੇ और फिर जदोजहद करांगे, एक बारी फिर तगड़े तरीके ਨਾਲ जदोजहद करांगे। लेकिन इस वारी ਇਹਦੀ स्ट्रैटेजी को बदलनी पएगी, कोई तरीका और सोचना पएगा, क्योंकि ਹੁਣ ਨਿਹੱਥੇ ਲੋਕਾਂ ਦੇ ਉੱਤੇ ਉਹਨਾਂ ਨੂੰ ਕਤਲ ਕਰਕੇ ਰਿਆਸਤ ਨੇ ਤੇ ਨਵਾਂ ਰਿਵਾਜ ਪਾ ਦਿੱਤਾ ਹੈ। ਹੁਣ ਤੇ ਇਹ ਵੀ ਟਰਸਟ ਨਹੀਂ ਰਿਹਾ ਕਿ ਤੁਸੀਂ ਆਪਣੀ ਆਵਾਜ਼ ਚੁੱਕ ਸਕਦੇ ਹੋ। ਦੂਸਰੇ ਲਫ਼ਜ਼ਾਂ ਦੇ ਵਿੱਚ ਆਇਨ ਮੁਅੱਤਲ ਕਰ ਦਿੱਤਾ ਹੈ, ਮਾਰਸ਼ਲ ਲਾ ਲੱਗ ਗਈ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।